ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕਾ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕਾਲ ਕਲੇਸ਼ ਤਨ ਮਾਹੇ ਮਿਟਾਵੋ, ਵਾਹਿਗੁਰੂ। ਧੰਨ ਵਾਹਿਗੁਰੂ ਜੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਮਾਧਵੇ ਤੁਮ ਨਾ ਤੋਰੋ, ਤੋ ਹਮ ਨਹੀਂ ਤੋਰੈ। ਤੁਮ ਸਿਉ ਤੋਰ ਕਵਨ ਸਿਉ ਜੋਰੈ। ਰਹਾਉ ਜੋ ਤੁਮ ਦੀਵਰਾ, ਤੋ ਹਮ ਬਾਤੀ। ਜੋ ਤੁਮ ਤੀਰਥ, ਤੋ ਹਮ ਜਾਤੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਹ ਜਹ ਜਾਓ ਤਹਾ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨ ਦੇਵਾ। ਤੁਮਰੇ ਭਜਨ ਕਟੇ ਜਮ ਫਾਂਸਾ, ਭਗਤ ਹੇਤ ਗਾਵੈ ਰਵਿਦਾਸਾ। ਜਹ ਜਹ ਜਾਓ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨ ਦੇਵਾ। ਤੁਮਰੇ ਭਜਨ ਕਟੇ ਜਮ ਫਾਂਸਾ, ਭਗਤ ਹੇਤ ਗਾਵੈ ਰਵਿਦਾਸਾ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ
ਵਾਹਿਗੁਰੂ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ। ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਗਿਆਨ ਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਗੁਰੂ ਸਾਹਿਬ ਦੀ ਬੇਅੰਤ ਕਿਰਪਾ ਰਹਿਮਤ ਹੈ ਜੋ ਅਸੀਂ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤ ਵੇਲੇ ਜਾਗ ਕੇ ਆਨੰਦ ਮਾਣਦੇ ਹਾਂ। ਪਾਵਨ ਬਾਣੀ ਨਿਤਨੇਮ ਸਰਵਣ ਕਰਦੇ ਹਾਂ। ਉਪਰੰਤ ਚੱਲ ਰਹੀ ਜਪਜੀ ਸਾਹਿਬ ਸ਼੍ਰੋਮਣੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਪਹਿਲੀ ਬਾਣੀ, ਜਿਹਦੀ ਵਿਚਾਰ ਦਮਦਮੀ ਟਕਸਾਲ ਦਾ ਕੀਤਾ ਹੋਇਆ ਟੀਕਾ, ਕੀਤੀ ਹੋਈ ਵਿਚਾਰ ਵਿਆਖਿਆ ਆਪ ਜੀ ਰੋਜ਼ ਸਰਵਣ ਕਰਦੇ ਹੋ। ਅੱਜ 13-14 ਪੌੜੀਆਂ 'ਤੇ ਵਿਚਾਰ ਪਹੁੰਚੀ ਹੈ। ਉਪਰੰਤ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਪਾਵਨ ਪਵਿੱਤਰ ਸਤਿਗੁਰਾਂ ਦੇ ਮੁਬਾਰਕ ਹੁਕਮਨਾਮਿਆਂ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਨਾ, ਆਪਣੀ ਸੁਰਤ ਬਿਰਤ ਇਕਾਗਰ ਕਰਨੀ। ਸਤਿਗੁਰਾਂ ਦੇ ਹਦੂਦ ਬੈਠੇ ਸਮੂਹ ਗੁਰਮੁਖ ਜਨ ਅਤੇ ਦੂਰ ਦਰਾਡੇ ਗੁਰੂ ਚਰਨਾਂ ਦਾ ਧਿਆਨ ਧਰ, ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 658 59, ਪਾਵਨ ਅੰਗ 658 59 ਅੰਗ 'ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਇਹ ਪਾਵਨ ਸ਼ਬਦ ਸੋਰਠ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਜੀ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਨੇ। ਸੋ ਸੋਰਠ ਰਾਗ ਦੇ ਅੰਤਿਮ ਅੰਗਾਂ ਦੇ ਉੱਪਰ ਅੱਜ ਦੇ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ। ਇਸ ਤੋਂ ਅਗਲੀ ਬਾਣੀ ਹੈ ਜੋ ਧਨਾਸਰੀ ਰਾਗ 660 ਅੰਗ 'ਤੇ ਆਰੰਭ ਹੋ ਜਾਂਦਾ ਹੈ, ਅਤੇ ਸੋਰਠ ਰਾਗ ਦੀ ਜੋ ਸਮਾਪਤੀ ਹੈ ਭਗਤ ਭੀਖਨ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਦੇ ਨਾਲ ਸਮਾਪਤੀ ਹੁੰਦੀ ਹੈ, ਅਤੇ ਅੱਗੇ ਧਨਾਸਰੀ ਰਾਗ ਦੀ ਆਰੰਭਤਾ 660 ਅੰਗ ਤੋਂ। ਸੋ ਆਓ ਅੱਜ ਦੇ ਮੁਬਾਰਕ ਸ਼ਬਦਾਂ ਨੂੰ ਪੜ੍ਹੀਏ, ਵਿਚਾਰੀਏ
ਤੇ ਸੰਗਤ ਜੀ ਗੁਰੂ ਚਰਨਾਂ ਦਾ ਧਿਆਨ ਧਰ ਜੋ ਵੀ ਸੁਣੀਏ, ਕੋਸ਼ਿਸ਼ ਕਰੀਏ ਸਾਡੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਪਾਵਨ ਬਚਨ ਬੋਲਨੇ ਜੋ ਉਤਰ ਜਾਣ, ਭਾਵ ਪੜ੍ਹਿਆ ਤੇ ਸੁਣਿਆ ਸਾਡੇ ਜੀਵਨ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ, ਵਸਾਉਣ ਦਾ ਉਦਮ ਉਪਰਾਲਾ ਬਖਸ਼ਿਸ਼ ਕਰਨ। ਅਸੀਂ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਭਾਵ ਅਮਲ ਕਰੀਏ ਜੋ ਗੁਰੂ ਸਾਹਿਬ ਕਿਰਪਾ ਕਰਦੇ ਨੇ। ਸੋ ਅੱਜ ਦਾ ਜੋ ਪਾਵਨ ਸ਼ਬਦ ਹੈ, ਬੜੇ ਹੀ ਪ੍ਰੇਮ ਭਾਵ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਪ੍ਰੇਮ ਦੇ ਨਾਲ ਭਗਤ ਜੀ ਆਪਣੇ ਮਨ ਦੀ ਬਿਰਥਾ ਜਿਹੜੀ ਉਹ ਆਪਣੇ ਪਰਮ ਪਿਤਾ ਪਰਮਾਤਮਾ ਉਹਦੇ ਸਾਹਮਣੇ ਰੱਖਦੇ ਨੇ ਵੀ ਤੇਰੇ ਬਿਨਾਂ ਮੇਰਾ ਜੀਵਨ ਕੁਛ ਵੀ ਨਹੀਂ, ਤੂੰ ਮੇਰੇ ਬਿਨਾਂ ਬਹੁਤ ਕੁਛ ਹੈ, ਪਰ ਮੈਂ ਤੇਰੇ ਬਿਨਾਂ ਕੁਛ ਵੀ ਨਹੀਂ। ਇਹ ਗੱਲ ਅਕਸਰ ਸਾਨੂੰ ਵੀ ਸਾਰਿਆਂ ਨੂੰ ਕਹਿਣੀ ਵੀ ਚਾਹੀਦੀ ਹੈ, ਸਮਝਣੀ ਵੀ ਚਾਹੀਦੀ ਹੈ ਵੀ ਉਹ ਪਰਮਾਤਮਾ ਸਾਡੇ ਬਿਨਾਂ ਬਹੁਤ ਕੁਛ ਹੈ ਤੇ ਅਸੀਂ ਪਰਮਾਤਮਾ ਬਿਨਾਂ ਕੁਛ ਵੀ ਨਹੀਂ। ਜਿਵੇਂ ਆਪਾਂ ਵਿਚਾਰ ਸਰਵਣ ਕਰਦੇ ਹਾਂ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਡੇ ਰੱਬ ਹੈ ਕਹਿਣ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਨਹੀਂ ਹੈ ਕਹਿਣ ਦੇ ਨਾਲ ਉਹਨੇ ਛੋਟਾ ਨਹੀਂ ਹੋ ਜਾਣਾ। ਤਾਂ ਸੰਗਤ ਜੀ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ, ਪ੍ਰੇਮ ਦੇ ਵਿੱਚ ਭਿੱਜ ਕੇ ਉਸ ਪਰਮਾਤਮਾ ਨੂੰ ਜਿੰਨਾ ਕੁ ਭਗਤ ਜੀ ਗਹਿਰਾਈ ਦੇ ਵਿੱਚ ਜਾ ਕੇ ਉਹਦੇ ਗੁਣ ਗਾ ਸਕੇ, ਦੱਸ ਸਕੇ, ਉਹ ਦੱਸਣ ਦਾ ਯਤਨ ਕੀਤਾ। ਵਾਹਿਗੁਰੂ ਜੀ ਜਾਓ ਤੁਮ ਗਿਰਵਰ ਤੋ ਹਮ ਮੋਰਾ, ਜਾਓ ਤੁਮ ਚੰਦ ਤੋ ਹਮ ਭਏ ਹੈ ਚਕੋਰਾ, ਜਾਓ ਤੁਮ ਗਿਰਵਰ ਤੋ ਹਮ ਮੋਰਾ। ਗਿਰਵਰ ਤੋਂ ਭਾਵ ਹੁੰਦਾ ਪਹਾੜ ਪਰਬਤ। ਭਗਤ ਜੀ ਕਹਿੰਦੇ ਬੜਾ ਸੁੰਦਰ ਪਹਾੜ ਪਰਬਤ, ਜੇਕਰ ਤੂੰ ਹੇ ਪਰਮ ਪਿਤਾ ਪਰਮਾਤਮਾ, ਹੇ ਕੇਸੋ ਗੋਪਾਲ ਮਾਧੋ, ਜੇ ਤੂੰ ਪਹਾੜ ਪਰਬਤ ਬਣ ਜਾਏ ਤੇ ਕਿਰਪਾ ਐਸੀ ਹੋ ਜਾਏ ਮੈਂ ਮੋਰ ਬਣ ਜਾਵਾਂ। ਜਿਵੇਂ ਸੋਹਣੇ ਪਹਾੜਾਂ ਪਰਬਤਾਂ ਦੇ ਉੱਪਰ ਮੋਰ ਪੈਲ ਪਾਉਂਦੇ ਆ, ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ, ਤੇ ਦੇਖਣ ਵਾਲੇ ਦਾ ਮਨ ਹੈ ਜਿਹੜਾ ਭ੍ਰਮਿਤ ਹੋ ਜਾਂਦਾ, ਵੇਖਣ ਵਾਲੇ ਦਾ ਮਨ ਮੋਹਿਤ ਹੋ ਜਾਂਦਾ, ਭਾਵ ਬੜੀ ਸੁੰਦਰ ਤਸਵੀਰ ਬਣ ਜਾਂਦੀ ਹੈ, ਬੜਾ ਸੁੰਦਰ ਸਮਾਂ ਬਣ ਜਾਂਦਾ ਹੈ। ਇੱਕ ਤੇ ਪਹਾੜ, ਦੂਸਰਾ ਸੋਹਣਾ ਹਰਿਆ ਭਰਿਆ ਹੋਵੇ, ਤੀਸਰਾ ਕੋਈ ਮੋਰ ਉਸ ਦੇ ਉੱਪਰ ਬੈਠਾ ਪੈਲ ਪਾਉਂਦਾ ਹੋਵੇ, ਨਜ਼ਾਰਾ ਹੋਰ ਵੀ ਮਨ ਮੋਹਿਕ ਬਣ ਜਾਂਦਾ ਹੈ। ਭਗਤ ਜੀ ਕਹਿੰਦੇ ਜੇਕਰ ਤੂੰ ਪਹਾੜ ਪਰਬਤ ਹੋਵੇਂ ਤੇ ਤੇਰੇ ਨਾਲੋਂ ਮੇਰੀ ਦੂਰੀ ਨਾ ਹੋਵੇ। ਜਿਹੜੀ ਅਸਲ ਮੇਨ ਗੱਲ ਤੇ ਇਹੀ ਹੈ ਵੀ ਤੂੰ ਜੇ ਪਹਾੜ ਪਰਬਤ ਬਣਦਾ ਤੇ ਮੈਨੂੰ ਮੋਰ ਬਣਾ। ਤੇਰੀ ਸੁੰਦਰਤਾ ਤੇ ਪਹਾੜ ਪਰਬਤ ਹੋਣ ਕਰਕੇ ਹੈ ਹੀ ਹੈ, ਤੇ ਮੇਰੀ ਸੁੰਦਰਤਾ ਮੋਰ ਬਣਨ ਕਰਕੇ ਹੋਵੇ। ਤੇਰੇ ਮੇਰੇ ਪ੍ਰੇਮ ਦੀ ਗੱਲ ਹੈ ਜਿਹੜੀ ਦੁਨੀਆ ਗੱਲ ਕਰੇ, ਦੁਨੀਆਦਾਰੀ ਦੇ ਵਿੱਚ ਪ੍ਰਚਲਿਤ ਹੋਵੇ। ਜਿਵੇਂ ਦੁਨੀਆਦਾਰੀ ਦੇ ਵਿੱਚ ਗੱਲ ਹੁੰਦੀ ਹੈ ਵੀ ਪਹਾੜੀ ਦੇ ਉੱਪਰ ਮੋਰ ਪੈਲਾਂ ਪਾਉਂਦੇ ਬੜੇ ਸੋਹਣੇ ਲੱਗਦੇ ਹੈ, ਇਸ ਤਰ੍ਹਾਂ
ਇਹ ਉਦਾਹਰਣ ਦਿੱਤਾ, ਪਹਿਲਾ ਉਦਾਹਰਣ ਹੈ। ਫਿਰ ਅਗਲੀ ਉਦਾਹਰਣ ਜੋ ਦਿੰਦੇ ਨੇ, ਗੱਲ ਕਰਦੇ ਨੇ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਇਹ ਪਰਮ ਪਿਤਾ ਪਰਮਾਤਮਾ, ਜੇ ਤੂੰ ਚੰਦਰਮਾ ਬਣ ਜਾਏ, ਚੰਦ ਬਣ ਜਾਏ। ਚੰਦ ਤੇ ਚਕੋਰ ਦੀ ਬੜੀ ਗਹਿਰੀ ਪ੍ਰੀਤ ਹੈ, ਬੜੀ ਡੂੰਘੀ ਪ੍ਰੀਤ ਹੈ। ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਚਕੋਰ ਕਿਹਨੂੰ ਕਹਿੰਦੇ ਨੇ ਜੀ? ਲਾਲ ਲੱਤਾਂ, ਲਾਲ ਪੈਰਾਂ ਵਾਲਾ ਜੋ ਤਿੱਤਰ ਹੈ, ਉਹਨੂੰ ਚਕੋਰ ਕਹਿੰਦੇ ਆ। ਉਹ ਚੰਦਰਮਾ ਵੱਲ ਵੇਖ ਵੇਖ ਬੜਾ ਮਸਤ ਹੁੰਦਾ ਹੈ, ਬੜੀ ਇੱਕ ਟਿੱਕੀ ਲਾ ਕੇ ਚੰਦਰਮਾ ਨੂੰ ਵੇਖਦਾ ਰਹਿੰਦਾ ਹੈ। ਉਸ ਦੀ ਚੰਦਰਮਾ ਦੇ ਨਾਲ ਬੜੀ ਪ੍ਰੀਤ ਹੈ। ਤਾਂ ਭਗਤ ਜੀ ਕਹਿੰਦੇ ਪਹਿਲਾ ਉਦਾਹਰਣ ਇਹ ਹੈ ਵੀ ਜੇ ਤੂੰ ਪਹਾੜ ਪਰਬਤ ਹੋਵੇਂ, ਤੇਰੀ ਸੁੰਦਰਤਾ ਬੇਅੰਤ ਤੇ ਮੈਂ ਮੋਰ ਹੋਵਾਂ। ਦੂਸਰਾ ਉਦਾਹਰਣ, ਤੂੰ ਜੇ ਚੰਦਰਮਾ ਚੰਦ ਹੋਵੇਂ ਤੇ ਮੈਂ ਤੇਰੇ ਤੋਂ ਬਿਨਾਂ ਕੁਛ ਵੀ ਨਹੀਂ, ਤੇਰੇ ਨਾਲ ਹੀ ਮੇਰੀ ਪ੍ਰੀਤ, ਫਿਰ ਮੈਂ ਚਕੋਰ ਹੋਵਾਂ। ਮੈਂ ਤੈਨੂੰ ਤੱਕਦਾ ਰਵਾਂ, ਇਸ ਕਰਕੇ ਮੇਰੀ ਤੇਰੇ ਨਾਲ ਜਿਹੜੀ ਪ੍ਰੀਤ ਹੈ ਪੱਕੇ ਤੌਰ ਤੇ ਬਣੀ ਰਹੇ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਹਿ। ਮਾਧਵੇ ਤੋਂ ਭਾਵ ਹੇ ਮਾਧੋ, ਮਾਧੋ ਤੋਂ ਭਾਵ ਹੈ ਪਰਮੇਸ਼ਰ। ਐ ਗੋਪਾਲ ਗੋਬਿੰਦ, ਧਰਤੀ ਦੇ ਪਾਲਕ ਰਖਿਅਕ, ਐ ਸ੍ਰਿਸ਼ਟੀ ਦੇ ਕਰਨ ਕਰਾਵਨਹਾਰ ਸੁਆਮੀ, ਤੇਰੇ ਚਰਨਾਂ ਵਿੱਚ ਮੇਰੀ ਹੱਥ ਜੋੜ ਵੰਦਨਾ ਹੈ, ਬੇਨਤੀ ਹੈ। ਜੇ ਮੇਰੇ ਨਾਲੋਂ ਤੂੰ ਨਾਤਾ ਨਾ ਤੋੜੇ ਤਾਂ ਮੈਂ ਵੀ ਤੇਰੇ ਨਾਲੋਂ ਆਪਣਾ ਨਾਤਾ ਨਹੀਂ ਤੋੜਦਾ। ਮੈਂ ਤੇਰੇ ਨਾਲੋਂ ਨਾਤਾ ਤੋੜ ਕੇ ਕੁਛ ਵੀ ਨਹੀਂ। ਇਸ ਕਰਕੇ ਮਾਧਵੇ ਤੁਮ ਨਾ ਤੋਰੋ, ਤੁਸੀਂ ਕਿਤੇ ਮੇਰੇ ਨਾਲ ਲੱਗੀ ਹੋਈ ਪ੍ਰੀਤ ਨਾ ਤੋੜ ਦਿਓ। ਤੁਹਾਡੇ ਨਾਲ ਮੇਰਾ ਇੰਨਾ ਪ੍ਰੇਮ ਹੈ, ਇੰਨਾ ਸਨੇਹ ਹੈ। ਦੋ ਉਦਾਹਰਣ ਪਹਿਲਾਂ ਦੱਸ ਦਿੱਤੇ ਤੇ ਇਹਨਾਂ ਦੋ ਉਦਾਹਰਣਾਂ ਦੇ ਵਿੱਚ ਇੰਨੀ ਗਹਿਰਾਈ ਹੈ। ਸੰਗਤ ਜੀ, ਜਦੋਂ ਚਕੋਰ ਮਸਤੀ ਦੇ ਵਿੱਚ ਹੋਵੇ ਤੇ ਭਾਵੇਂ ਉਸ ਚਕੋਰ ਦੀ ਜਾਨ ਵੀ ਚਲੀ ਜਾਏ ਤਾਂ ਵੀ ਪਰਵਾਹ ਨਹੀਂ। ਉਦਾਹਰਣਾਂ ਭਗਤ ਜੀ ਨੇ ਬੇਸ਼ੁਮਾਰ ਤਾਕਤਵਰ ਦਿੱਤੀਆਂ ਨੇ, ਜਿਨ੍ਹਾਂ ਉਦਾਹਰਣਾਂ ਦਾ ਬਹੁਤ ਵੱਡਾ ਕਹਿਣਾ ਸੌਖਾ ਹੈ ਤੇ ਨਿਭਾਉਣਾ ਬੜਾ ਔਖਾ ਹੈ। ਬਹੁਤ ਵੱਡਾ ਪਰਮਾਰਥ ਹੈ। ਤਾਂ ਭਗਤ ਜੀ ਕਹਿੰਦੇ, ਹੇ ਪਿਤਾ ਪਰਮਾਤਮਾ, ਜਗਤ ਦੇ ਬਾਲੀ, ਤੂੰ ਨਾ ਮੇਰੀ ਬਾਂਹ ਛੱਡੀ ਤੇ ਮੈਂ ਤੇਰਾ ਦਰ ਨਹੀਂ ਛੱਡਾਂਗਾ। ਆਖੋ ਸਤਿਨਾਮ ਸ੍ਰੀ। ਮੈਂ ਆਪ ਜੀ ਦੇ ਦਰ ਤੋਂ ਦੂਰ ਨਹੀਂ ਹੋ ਸਕਦਾ। ਆਪ ਜੀ ਦਾ ਵਿਛੋੜਾ ਮੈਥੋਂ ਝੱਲਿਆ ਨਹੀਂ ਜਾਂਦਾ। ਇਹੋ ਵਿਛੋੜਾ ਸਹਿਆ ਨਾ ਜਾਏ। ਹੇ ਦਾਤਾ, ਮੈਂ ਤੇ ਬੜਾ ਪਹਿਲਾਂ ਵਿਛੋੜਿਆਂ ਵਿਜੋਗਾਂ ਦਾ ਮਾਰਿਆ, ਤੇਰੇ ਦਰ ਨਾਲ ਜੁੜਿਆ, ਤੇਰੀ ਵਡਿਆਈ ਗਾਉਣ ਵਾਸਤੇ ਇਹ ਮਨੁੱਖਾ ਦੇਹੀ ਵਿੱਚ ਬੜਾ ਸੰਭਲ ਸੰਭਲ ਪੈਰ ਧਰਦਾ। ਕਿਤੇ ਕੋਈ ਅਵੱਗਿਆ, ਕਿਤੇ ਕੋਈ ਭੁੱਲ, ਕਿਤੇ ਗਲਤੀ ਜਾਣੇ ਅਣਜਾਣੇ ਨਾ ਹੋ ਜਾਏ, ਕਿਤੇ ਪ੍ਰਮਾਤਮਾ ਉਸ ਗਲਤੀ ਦੇ ਕਾਰਨ ਤੇਰੇ ਨਾਲੋਂ ਮੇਰੀ ਦੂਰੀ ਬਣ ਜਾਏ। ਮੈਂ ਹੁਣ ਤੇਰੇ ਨਾਲ ਦੂਰੀ ਬਣਾ ਕੇ ਰਹਿਣਾ ਨਹੀਂ ਚਾਹੁੰਦਾ। ਮੈਂ ਤੇ ਇਸ ਤਰ੍ਹਾਂ ਤੇਰੇ ਨਾਲ ਇਕਮਿਕ ਹੋਣਾ ਚਾਹੁੰਦਾ, ਜਿਵੇਂ ਰਾਮ ਕਬੀਰਾ ਏਕ ਭਏ ਹੈ, ਕੋਇ ਨਾ ਸਕੈ ਪਛਾਨੀ। ਜਿਵੇਂ ਕਬੀਰ ਤੇ ਪ੍ਰਮਾਤਮਾ ਇਕਮਿਕ ਹੋ ਗਏ, ਜਿਵੇਂ ਨਾਮੈ ਨਾਰਾਇਣ ਨਾਹੀ ਭੇਦ, ਜਿਵੇਂ ਨਾਮਦੇਵ ਤੇ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਫਰਕ ਨਹੀਂ। ਇਸੇ ਤਰ੍ਹਾਂ ਮੈਂ ਵੀ ਚਾਹੁੰਦਾ ਹਾਂ ਕਿ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਾ ਹੋਵੇ। ਮੈਂ ਤੇਰੇ ਨਾਲੋਂ ਟੁੱਟਣਾ ਨਹੀਂ ਚਾਹੁੰਦਾ ਤੇ ਬੇਨਤੀ ਕਰਦਾ, ਮੈਨੂੰ ਕਦੇ ਤੋੜੀ ਵੀ ਨਾ।
ਮੈਨੂੰ ਕਦੇ ਛੱਡੀ ਵੀ ਨਾ। ਮੈਂ ਆਪ ਜੀ ਦਾ ਸੰਸਾਰ 'ਤੇ ਭੇਜਿਆ ਹੋਇਆ ਇੱਕ ਅਲਪਗ ਜੀਵ ਹਾਂ। ਤੁਸੀਂ ਜੀਓ ਜਿੰਦ ਇਸ ਸਰੀਰ ਵਿੱਚ ਟਿਕਾਈ ਹੈ। ਤੇ ਦਾਤਾ ਇਸ ਜਿੰਦ ਦਾ ਫਿਰ ਸਹਾਰਾ ਮਾਲਕ ਬਾਲੀ ਵੀ ਤੂੰ ਹੀ ਹੈ, ਰਖਵਾਲਾ ਵੀ ਤੂੰ ਹੈ। ਇਹ ਜਿੰਦ ਤੇ ਇਸ ਤਰ੍ਹਾਂ ਹੈ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਜਿਵੇਂ ਆਪ ਜੀ ਦਾ ਹੁਕਮ ਹੁੰਦਾ, ਇਹ ਜਿੰਦ ਉਸੇ ਤਰ੍ਹਾਂ ਸੰਸਾਰ ਵਿੱਚ ਵਿਚਰਦੀ ਰਹਿੰਦੀ ਹੈ। ਤੂੰ ਕਿਰਪਾ ਕਰੇ ਤੇ ਰਸਨਾ ਜਪ ਲੈਂਦੀ ਹੈ ਵਾਹਿਗੁਰੂ ਦਾਤਾਰ ਪਾਤਸ਼ਾਹ। ਨਹੀਂ ਤੇ ਇਹ ਰਸਨਾ ਸਤ ਸੰਗਤ ਦੇ ਵਿੱਚ ਬਹਿ ਕੇ ਵੀ ਦੁਨੀਆਦਾਰੀ ਦੀਆਂ ਕਰਕੇ ਮੁੜ ਜਾਂਦੀ ਹੈ। ਨਿੰਦਿਆ ਚੁਗਲੀ ਵਰਗੇ ਕਰਮ ਕਰਕੇ ਧਾਰਮਿਕ ਥਾਵਾਂ ਤੋਂ ਮੁੜ ਜਾਂਦੀ ਹੈ। ਦਾਤਾਰ ਪਾਤਸ਼ਾਹ ਕਿਰਪਾ ਕਰ ਦਿਓ, ਐਸੇ ਐਬ ਜੀਵਨ ਦੇ ਵਿੱਚੋਂ ਨਿਕਲ ਜਾਣ ਤੇ ਕਿਰਪਾ ਕਰਕੇ ਤੁਸੀਂ ਨਾ ਤੋੜਿਓ ਤੇ ਮੈਂ ਤੇ ਤੋੜਨੀ ਕੀ ਹੈ। ਮੈਨੂੰ ਤੇ ਮਸਾਂ ਸਬੱਬ ਦੇ ਨਾਲ ਇਹ ਸਮਾਂ ਮਿਲਿਆ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬਹੁਤ ਜਨਮਾਂ ਦਾ ਵਿਛੋੜਾ, ਬੜੀ ਦੂਰ ਦੀ ਬਾਟ ਮੈਂ ਜੀਵਨ ਵਿੱਚ ਤੈਅ ਕੀਤੀ ਹੈ। ਇਸ ਕਰਕੇ ਦਾਤਾ ਇਸ ਜੀਵਨ ਦੇ ਵਿੱਚ ਮੈਥੋਂ ਹੋਰ ਦੂਰੀ ਬਣ ਜਾਏ, ਐਸਾ ਕਰਮ ਨਾ ਹੋਵੇ। ਤੁਮ ਸਿਓ ਤੋਰ ਕਵਨ ਸਿਓ ਜੋਰ। ਜੇ ਕਿਤੇ ਜਾਣੇ ਅਣਜਾਣੇ ਮੈਂ ਤੇਰੇ ਨਾਲੋਂ ਤੋੜ ਲਵਾਂ, ਆਪਣੀ ਪ੍ਰੀਤ ਘਟਾ ਲਵਾਂ, ਤੇ ਫਿਰ ਮੈਨੂੰ ਇਹ ਦੱਸ ਵੀ ਮੈਂ ਕੋਈ ਦੂਸਰਾ ਹੈ ਐਸਾ ਜਿਹਦੇ ਨਾਲ ਆਪਣਾ ਸਨੇਹ ਆਪਣਾ ਪ੍ਰੇਮ ਬਣਾ ਲਵਾਂ। ਕੋਈ ਤੇਰੇ ਵਰਗਾ ਐਸਾ ਹੈ ਜੋ ਮੁਕਤੀ ਦਾ ਮਾਰਗ, ਮੁਕਤੀ ਦਾ ਰਸਤਾ ਦੱਸ ਸਕੇ, ਮੈਨੂੰ ਮੁਕਤ ਕਰ ਸਕੇ। ਸੰਗਤ ਜੀ, ਜਿਵੇਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰਦੇ ਹੋਏ ਬਾਦਸ਼ਾਹ ਦੇ ਨਾਲ ਕਿਸੇ ਜਗ੍ਹਾ ਤੇ ਤੰਬੂ ਲਾ ਬੈਠੇ। ਮੈਂ ਟੁਕ ਮਾਤਰ ਵਿਚਾਰ ਕਰਾਂਗਾ, ਸਮਾਂ ਇਜਾਜ਼ਤ ਨਹੀਂ ਦਿੰਦਾ, ਕਾਫੀ ਹੋ ਜਾਂਦਾ ਹੈ। ਇੱਕ ਘਾਈ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਦੇ 6ਵੇਂ ਅਵਤਾਰ, 6ਵੇਂ ਮਾਲਕ ਹਰਗੋਬਿੰਦ ਸਾਹਿਬ ਇੱਥੇ ਆਏ ਹੋਏ ਨੇ। ਉਸਨੇ ਸੰਗਤ ਜੀ ਘਾਹ ਦੀਆਂ 2 ਪੰਡਾਂ ਖੋਤੀਆਂ। ਇੱਕ ਪੰਡ ਘਾਹ ਦੀ ਵੇਚ ਦਿੱਤੀ, ਉਹਦਾ 1 ਟਕਾ ਮਿਲਿਆ। ਦੂਸਰੀ ਘਾਹ ਦੀ ਪੰਡ ਉਸਨੇ ਸਤਿਗੁਰਾਂ ਦੇ ਘੋੜੇ ਵਾਸਤੇ ਲਿਆਂਦੀ। ਹੁਣ ਘਾਹ ਦੀ ਪੰਡ ਲੈ ਕੇ ਆਇਆ ਤੇ ਹੱਥ ਵਿੱਚ 1 ਟਕਾ। ਆ ਕੇ ਸਿਪਾਹੀਆਂ ਨੂੰ ਪੁੱਛਦਾ, ਕਹਿੰਦਾ ਇੱਥੇ ਪਾਤਸ਼ਾਹ ਦਾ ਤੰਬੂ ਕਿਹੜਾ ਹੈ? ਹੁਣ ਜਦੋਂ ਪਾਤਸ਼ਾਹ ਕਿਹਾ, ਪਾਤਸ਼ਾਹ ਤੇ ਬਾਦਸ਼ਾਹ ਕੋਈ ਬਹੁਤਾ ਫਰਕ ਨਹੀਂ, ਅੱਖਰਾਂ ਦਾ ਫਰਕ ਪੈਂਦਾ। ਸਿਪਾਹੀਆਂ ਨੇ ਸੋਚਿਆ ਬਾਦਸ਼ਾਹ ਦੀ ਗੱਲ ਕਰਦਾ ਹੋਵੇਗਾ, ਜਹਾਂਗੀਰ ਦੀ। ਕਹਿਣ ਲੱਗੇ ਉਹ ਰਿਹਾ ਬਾਦਸ਼ਾਹ ਦਾ ਤੰਬੂ। ਕਹਿਣ ਲੱਗਾ ਮੈਂ ਉਹਨਾਂ ਨੂੰ ਮਿਲ ਸਕਦਾ, ਉਹਨਾਂ ਦੇ ਘੋੜੇ ਵਾਸਤੇ ਮੈਂ ਸੋਹਣਾ ਘਾਹ ਲੈ ਕੇ ਆਇਆ ਤੇ ਕੁਝ ਭੇਟਾ ਦੇਣੀ ਹੈ, ਨਜ਼ਰਾਨਾ ਦੇਣਾ। ਸਿਪਾਹੀ ਕਹਿੰਦੇ ਪੁੱਛ ਆਉਨੇ। ਉਹਨਾਂ ਨੇ ਪੁੱਛਿਆ ਤੇ ਬਾਦਸ਼ਾਹ ਨੇ ਕਹਿਤਾ ਆਉਣ ਦਿਓ। ਆ ਕੇ ਇੱਕ ਪਾਸੇ ਘਾਹ ਦੀ ਪੰਡ ਰੱਖ ਦਿੱਤੀ। ਕਹਿਣ ਲੱਗਾ ਪਾਤਸ਼ਾਹ, ਕਿਉਂ ਉਹਨੇ ਕਦੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ। ਪਾਤਸ਼ਾਹ, ਮੈਂ ਘਾਹ ਦੀ ਪੰਡ ਆਪ ਜੀ ਦੇ ਘੋੜੇ ਵਾਸਤੇ ਲੈ ਕੇ ਆਇਆ ਤੇ 10 ਪਾਸੋਂ ਆ ਥੋੜਾ ਜਿਹਾ ਘਾਹ ਖੋਤ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਕਮਾਇਆ ਸੀ, ਉਹ ਆਪ ਜੀ ਨੂੰ ਭੇਟਾ ਕਰਨ ਲੱਗਾ, ਪ੍ਰਵਾਨ ਕਰਿਓ। ਤੇ ਬਾਦਸ਼ਾਹ ਨੇ ਬਦਲੇ ਵਿੱਚ ਕਿਹਾ ਮੰਗ ਕੀ ਮੰਗਦਾ? ਤਾਂ ਉਹ ਘਾਈ ਗੁਰਸਿੱਖ ਕਹਿਣ ਲੱਗਿਆ ਕਿਰਪਾ ਕਰੋ ਪਾਤਸ਼ਾਹ, ਮੇਰਾ ਲੋਕ ਤੇ ਪਰਲੋਕ ਸਫਲ ਹੋ ਜਾਏ, ਮੈਂ 84 ਤੋਂ ਮੁਕਤ ਹੋ ਜਾਵਾਂ, ਛੁੱਟ ਜਾਏ ਆਉਣ ਜਾਣ ਤੋਂ ਖਹਿੜਾ। ਤਾਂ ਬਾਦਸ਼ਾਹ ਕਹਿਣ ਲੱਗਾ ਦੇਖ ਇਹ ਤੇ ਮੈਂ ਨਹੀਂ ਦੇ ਸਕਦਾ, ਕੋਈ 20 ਪਿੰਡ ਤੇਰੇ ਨਾਂ ਲਵਾ ਦਿਆਂ, 20 ਪਿੰਡਾਂ ਦੀ ਮਾਲਕੀ ਦੇ ਦਿੰਦਾ ਤੈਨੂੰ, ਕੋਈ 50 ਪਿੰਡਾਂ ਦੀ ਮਾਲਕੀ ਦੇ ਦਿੰਦਾ,
ਪਰ ਲੋਕ ਤੇ ਪਰਲੋਕ ਇਹ ਤੇਰੇ ਸਫਲੇ ਮੈਂ ਨਹੀਂ ਕਰ ਸਕਦਾ। ਤਾਂ ਉਹ ਘਾਈ ਗੁਰਸਿੱਖ ਕਹਿਣ ਲੱਗਿਆ, ਫਿਰ ਕੌਣ ਕਰੇਗਾ? ਕਹਿਣ ਲੱਗਾ, ਮੈਂ ਸਮਝ ਗਿਆ ਤੂੰ ਕਿਹਦੇ ਕੋਲ ਆਇਆ। ਤੂੰ ਆਇਆ ਗੁਰੂ ਨਾਨਕ ਦੇਵ ਜੀ ਦੇ 6ਵੇਂ ਸਰੂਪ ਹਰਗੋਬਿੰਦ ਪਾਸ। ਤਾਂ ਉਹ ਅੱਗੋਂ ਘਾਈ ਗੁਰਸਿੱਖ ਕਹਿਣ ਲੱਗਿਆ, ਤੂੰ ਉਹ ਨਹੀਂ? ਬਾਦਸ਼ਾਹ ਕਹਿੰਦਾ ਨਹੀਂ। ਤੇ ਬਾਦਸ਼ਾਹ ਦੇ ਅੱਗੋਂ ਆਪਣਾ 1 ਰੁਪਈਆ ਚੱਕਿਆ, ਆਪਣਾ ਸਿੱਕਾ ਚੱਕਿਆ ਤੇ ਘਾਹ ਦੀ ਪੰਡ ਢੂਏ ਮਗਰ ਲਾਈ ਤੇ ਉੱਥੋਂ ਚੱਲ ਪਿਆ। ਕਿੰਨੀ ਤਾਕਤ ਰੱਖਦਾ ਗੁਰੂ ਦਾ ਸਿੱਖ, ਇੱਕ ਬਾਦਸ਼ਾਹ ਦੇ ਅੱਗੋਂ ਆਪਣਾ ਸਿੱਕਾ ਚੱਕ ਲੈਣਾ ਤੇ ਘਾਹ ਦੀ ਪੰਡ ਚੱਕ ਕੇ ਤੁਰ ਪੈਣਾ। ਕਹਿੰਦਾ ਮੈਨੂੰ ਸੱਚੇ ਪਾਤਸ਼ਾਹ ਦੀ ਲੋੜ ਹੈ, ਝੂਠੇ ਪਾਤਸ਼ਾਹ ਦੀ ਨਹੀਂ। ਇਹ ਪਿੰਡਾਂ ਦੀਆਂ ਬਾਦਸ਼ਾਹੀਆਂ ਮੇਰੇ ਕਿਸੇ ਕੰਮ ਦੀਆਂ ਨਹੀਂ, ਇਹ ਚੌਧਰਾਂ ਕਿਸੇ ਕੰਮ ਦੀਆਂ ਨਹੀਂ। ਮੈਨੂੰ ਤੇ ਕੇਵਲ ਲੋਕ ਤੇ ਪਰਲੋਕ ਦਾ ਸੁੱਖ ਚਾਹੀਦਾ ਹੈ। ਜਿੰਨਾ ਚਿਰ ਮੈਂ ਜਿਉਵਾਂ ਉਹਨਾਂ ਚਿਰ ਪ੍ਰਮਾਤਮਾ ਦਾ ਨਾਮ ਜਪਾਂ, ਤੇ ਜਦੋਂ ਜਾਵਾਂ ਉਦੋਂ ਜਪੇ ਹੋਏ ਨਾਮ ਦਾ ਮਹਾਤਮ ਫਲ ਮਿਲ ਜਾਏ। ਭਾਵ ਮੈਂ 84 ਤੋਂ ਛੁੱਟ ਜਾਵਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੰਗਤ ਜੀ ਫਿਰ ਸਿਪਾਹੀਆਂ ਨੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਤੰਬੂ ਤੱਕ ਸਿੱਖ ਨੂੰ ਪਹੁੰਚਾ ਦਿੱਤਾ। ਤੇ ਦਰਸ਼ਨ ਕਰਕੇ ਸਿੱਖ ਗਦ ਗਦ ਹੋ ਉੱਠਿਆ ਤੇ ਗੁਰੂ ਸਾਹਿਬ ਦੇ ਚਿਹਰੇ ਦਾ ਜਲਾਲ ਸਿੱਖ ਤੋਂ ਵੇਖਿਆ ਤੇ ਝੱਲਿਆ ਨਾ ਗਿਆ। ਅੱਖਾਂ ਦੇ ਵਿੱਚੋਂ ਅਥਰੂ ਵਹਿੰਦੇ ਨੇ ਤੇ ਗੁਰੂ ਸਾਹਿਬ ਦੇ ਸਾਹਮਣੇ ਫਿਰ ਜੋ ਬੀਤਿਆ ਪਿੱਛੇ ਜੀਵਨ ਦੇ ਵਿੱਚ, ਤੇ ਜਾਂ ਫਿਰ ਅੱਜ ਘਾਹ ਖੋਤ ਕੇ 1 ਰੁਪਈਆ ਕਮਾਇਆ, ਉਹ ਗੁਰੂ ਸਾਹਿਬ ਦੇ ਸਮਕਸ਼ ਰੱਖੀ ਤੇ ਆਪਣੇ ਜੀਵਨ ਦੀ ਸਾਰੀ ਵਿਅਰਥਾ ਦੱਸ ਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਮੰਗੀਆਂ ਤੇ ਗੁਰੂ ਸਾਹਿਬ ਤੋਂ ਜੋ ਮੰਗਿਆ ਉਹ ਲੋਕ ਤੇ ਪਰਲੋਕ ਦਾ ਸੁੱਖ ਮੰਗਿਆ। 84 ਦੇ ਗੇੜ ਤੋਂ ਛੁੱਟ ਜਾਵਾਂ ਉਹ ਮੰਗਿਆ। ਸੰਗਤ ਜੀ ਇਸ ਤਰ੍ਹਾਂ ਸਿੱਖ ਨੇ ਆਪਣਾ ਜੀਵਨ ਸਫਲਾ ਕਰ ਲਿਆ। ਤੇ ਫਿਰ ਉਸ ਤੋਂ ਬਾਅਦ ਉਹ ਸਿੱਖ ਨੇ ਆਪਣਾ ਜੀਵਨ ਹੀ ਗੁਰੂ ਕੀ ਸੇਵਾ ਦੇ ਵਿੱਚ ਲਾ ਦਿੱਤਾ। ਇਹ ਨਹੀਂ ਵੀ ਅੱਜ ਮੱਥਾ ਟੇਕ ਕੇ ਆਂਦਾ ਤੇ ਮੁੜ ਕੇ ਕਦੇ ਫੇਰ ਨਾ। ਉਸ ਦਿਨ ਤੋਂ ਜਿੱਥੇ ਆਪਣਾ ਪਰਿਵਾਰ ਪਾਲਦਾ, ਕਿਰਤ ਕਰਦਾ, ਪਰਿਵਾਰ ਪਾਲਣ ਵਾਸਤੇ ਘਾਹ ਵੇਚ ਦਿੰਦਾ ਤੇ ਗੁਰੂ ਕੇ ਘੋੜਿਆਂ ਵਾਸਤੇ ਘਾਹ ਵੱਢ ਕੇ ਲਿਆਉਂਦਾ ਤੇ ਨਾਲ ਲੰਗਰ ਦੀ ਸੇਵਾ ਕਰਦਾ। ਤੇ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਆਇਆ ਉਦੋਂ ਫਿਰ ਨਾਲ ਹਥਿਆਰ ਨੂੰ ਹੱਥ ਪਾ ਕੇ ਗੁਰੂ ਜੀ ਦੇ ਨਾਲ ਖਲੋਂਦਾ ਹੈ। ਇਸ ਤਰ੍ਹਾਂ ਸਿੱਖ ਆਪਣੇ ਕਰਮ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਕਹਿੰਦਾ ਤੁਮ ਸਿਓ ਤੋਰ ਕਵਨ ਸਿਓ ਜੋਰੋ। ਮੈਨੂੰ ਕੋਈ ਐਸਾ ਦੱਸ ਤੇਰੇ ਨਾਲੋਂ ਤੋੜ ਕੇ ਜਿਹਦੇ ਨਾਲ ਮੈਂ ਜੋੜ ਲਵਾਂ, ਤੇ ਐਸਾ ਹੋਵੇ ਉਹ ਜਿਹੜਾ ਮੈਨੂੰ ਮੁਕਤੀ ਦੇ ਮਾਰਗ ਤੇ ਪਾ ਦੇਵੇ, ਮੇਰਾ ਜੀਵਨ ਸਫਲਾ ਕਰ ਦੇਵੇ। ਪਰ ਐਸਾ ਸੰਸਾਰ ਵਿੱਚ ਕੋਈ ਹੈ ਨਹੀਂ, ਕਿਉਂ ਗੁਰੂ ਨਾਨਕ ਦੇਵ ਜੀ ਨੇ ਲਿਖ ਦਿੱਤਾ, ਇੱਕ ਓੰਕਾਰ। ਇੱਕ ਦੀ ਵਿਆਖਿਆ ਵੀ ਕਰਨੀ ਬਹੁਤ ਔਖੀ ਹੈ। ਇੱਥੇ ਓੰਕਾਰ ਹੈ ਜਿਹੜਾ ਪੰਜਾਬੀ ਦੇ ਵਿੱਚ ਊੜਾ, ਤੇ ਉਸ ਦੇ ਉੱਪਰ ਲੰਮੀ ਡੰਡੀ ਲਾਉਣ ਕਰਕੇ ਕਾਰ, ਤੇ ਉਸ ਨੂੰ ਮੋੜ ਕੇ ਕਿਸੇ ਪਾਸੇ ਨਹੀਂ ਲਾਇਆ, ਉਹਨੂੰ ਉੱਪਰ ਛੱਡ ਦਿੱਤਾ। ਭਾਵ ਜਿੰਨਾ ਮਰਜ਼ੀ ਉਸ ਨੂੰ ਵਧਾਓ ਵੱਧਦਾ ਜਾਏਗਾ। ਤੇ ਸਾਡੀ ਆਪਣੀ ਮਰਜ਼ੀ ਨਹੀਂ ਵੀ ਉਹਨੂੰ ਮੋੜ ਕੇ ਅਸੀਂ ਛੋਟਾ ਓੰਕਾਰ ਨੂੰ ਊੜਾ ਬਣਾ ਦਈਏ। ਤੇ ਇੱਕ ਗਣਿਤ ਭਾਵ ਅੰਕ ਲਿਆ, ਤੇ ਹੋਰ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਨਹੀਂ ਮਿਲੇਗਾ। ਇੱਕ ਪਰਮਾਤਮਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇੱਕ ਹੀ ਸੀ, ਇੱਕ ਹੀ ਰਹੇਗਾ। ਉਹਦੇ ਬਾਬਤ ਕਹਿ ਦਿੱਤਾ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਜੁਗਾਂ ਜੁਗੰਤਰਾਂ ਤੋਂ ਸੱਚ ਹੈ, ਅਗਾਂਹ ਵੀ ਜੁਗਾਂ ਜੁਗੰਤਰਾਂ ਦੇ ਵਿੱਚ ਸੱਚ ਰਹੇਗਾ। ਇਸ ਕਰਕੇ ਫਿਰ ਸੱਚੇ ਦੇ ਨਾਲ ਜੁੜ ਕੇ ਸਚਿਆਰ ਹੋਣਾ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ, ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਗੁਰੂ ਸਾਹਿਬ ਰਹਿਮਤ ਕਰਦੇ ਨੇ। ਦੱਸੋ ਕਿਹਦੇ ਨਾਲ ਜੋੜ ਲਈਏ? ਤੁਹਾਨੂੰ ਛੱਡ ਕੇ ਕਿਹਦੇ ਨਾਲ ਆਪਣੀ ਪ੍ਰੀਤ ਪ੍ਰੇਮ ਬਣਾ ਲਵਾਂ? ਕੋਈ ਐਸਾ ਦਰ ਨਹੀਂ, ਕੋਈ ਐਸਾ ਘਰ ਨਹੀਂ। ਤਾਂ ਰਹਾਉ ਦਾ ਵਿਸਰਾਮ ਦੇ ਫਿਰ ਅੱਗੇ ਹੋਰ ਉਦਾਹਰਣ ਦਿੰਦੇ ਨੇ, ਜੋ ਉਹ ਵੀ ਸਮਝਣ ਤੇ ਸੁਣਨ ਵਿਚਾਰਨ ਵਾਲੇ ਨੇ। ਜੋ ਤੁਮ ਦੀਵਰਾ ਤਾ ਹਮ ਬਾਤੀ,
हे ਪ੍ਰਮਾਤਮਾ, ਜੇ ਤੂੰ ਦੀਵਾ ਹੈ, ਤੇਲ ਦੇ ਨਾਲ ਲਬਾ ਲਬ ਭਰਿਆ ਹੋਇਆ ਦੀਵਾ, ਤੇ ਉਸ ਦੇ ਵਿੱਚ ਮੈਂ ਬੱਤੀ ਬਣ ਕੇ ਰਵਾਂ। ਬੱਤੀ ਤੋਂ ਬਿਨਾਂ ਦੀਵਾ ਅਧੂਰਾ ਹੈ, ਤੇ ਦੀਵੇ ਬਿਨਾਂ ਬੱਤੀ ਅਧੂਰੀ ਹੈ। ਇਸੇ ਤਰ੍ਹਾਂ ਮੈਂ ਆਪ ਜੀ ਤੋਂ ਬਿਨਾਂ ਅਧੂਰਾ ਹਾਂ। ਤੇ ਸੰਗਤ ਜੀ, ਇਹ ਵੀ ਵਿਚਾਰਨ ਵਾਲੀ ਗੱਲ ਹੈ, ਬੱਤੀ ਆਪ ਜਲ ਕੇ, ਆਪ ਸੜ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਨੇ ਜਿਹੜੇ ਦੁਨੀਆ ਦੇ ਤਾਨੇ ਮਿਹਣੇ ਸਹਿ ਕੇ, ਦੁਨੀਆ ਦੇ ਕੀਤੇ ਹੋਏ ਜ਼ੁਲਮ ਸਹਿ ਕੇ ਦੂਸਰਿਆਂ ਨੂੰ ਗਿਆਨ ਬਖਸ਼ਦੇ ਨੇ, ਦੂਸਰਿਆਂ ਨੂੰ ਉਹਨਾਂ ਦੇ ਹੱਕਾਂ ਦੇ ਮਾਲਕ ਬਣਾਉਂਦੇ ਨੇ। ਇਹ ਕੋਈ ਛੋਟੀ ਮੋਟੀ ਉਦਾਹਰਣ ਨਾ ਸਮਝ ਲੈਣਾ, ਥੋੜਾ ਪਿੱਛੇ ਜਾਣਾ ਪਏਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ। ਗਰਮ ਕਰਕੇ ਜ਼ਮੂਰਾਂ ਦੇ ਨਾਲ ਮਾਸ ਪੱਟਣਾ, ਕਾਹਦੇ ਖਾਤਰ? ਤੁਸੀਂ ਸਾਡੇ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਦੇ ਮਾਲਕ, ਉਹਨਾਂ ਨੂੰ ਬਣਾ ਦਿੱਤਾ ਜਿਨ੍ਹਾਂ ਦੇ ਅਸੀਂ ਸਿਰ ਬਨੇਰਿਆਂ 'ਤੇ ਰੱਖ ਕੇ ਦੀਵਾਲੀਆਂ ਮਨਾਉਂਦੇ ਆਏ ਹਾਂ। ਆਖੋ ਸਤਿਨਾਮ ਸ੍ਰੀ। ਜਿਨ੍ਹਾਂ ਦੇ ਸਿਰ ਅਸੀਂ ਬਨੇਰਿਆਂ 'ਤੇ ਰੱਖ ਕੇ ਦੀਵਿਆਂ ਦੀ ਥਾਂ 'ਤੇ ਦੀਵਾਲੀਆਂ ਮਨਾਉਂਦੇ ਆਏ ਹਾਂ, ਤੁਸੀਂ ਉਹਨਾਂ ਨੂੰ ਮਾਲਕ ਬਣਾ ਦਿੱਤਾ, ਜ਼ਮੀਨਾਂ ਦੇ ਸਰਦਾਰੀਆਂ ਦੇ ਦਿੱਤੀਆਂ। ਤੇ ਇੱਥੇ ਵਸ ਨਹੀਂ ਕੀਤਾ ਵੀ ਜ਼ਮੂਰਾਂ ਦੇ ਨਾਲ ਮਾਸ ਹੀ ਪੱਟਿਆ। 4 ਸਾਲ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਤੁੰਨਿਆ ਗਿਆ, ਧੱਕੇ ਦੇ ਨਾਲ ਮੂੰਹ ਦੇ ਵਿੱਚ ਕਲੇਜਾ ਤੁੰਨਿਆ ਗਿਆ। ਤਾਂ ਸੰਗਤ ਜੀ, ਇਸ ਤਰ੍ਹਾਂ ਆਪਣੇ ਜੀਵਨ ਦੇ ਉੱਪਰ, ਆਪਣੇ ਤਨ ਦੇ ਉੱਪਰ, ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਨੂੰ ਨਿਸ਼ਾਵਰ ਕਰਕੇ ਦੂਸਰਿਆਂ ਵਾਸਤੇ ਮਿਸਾਲ ਬਣੇ, ਦੂਸਰਿਆਂ ਨੂੰ ਸਰਦਾਰੀਆਂ ਦਿੱਤੀਆਂ। ਇਹ ਅੱਜ ਸਰਦਾਰ ਜੀ ਕਹਾਉਣਾ ਸੌਖਾ ਲੱਗਦਾ, ਪਰ ਜੇ ਪਿੱਛੇ ਝਾਤ ਮਾਰੀਏ, ਸਰਦਾਰੀ ਕੋਈ ਸੌਖੀ ਜੀ ਨਹੀਂ ਮਿਲੀ। ਬਹੁਤ ਔਖਾ ਸਰਦਾਰ ਬਣਨਾ। ਤੇ ਅੱਜ ਵੀ ਜੇ ਸਰਦਾਰ ਬਣਨਾ ਹੋਵੇ ਤੇ ਸੰਘਰਸ਼ ਕਰਨਾ ਪੈਂਦਾ, ਫਿਰ ਕਿਤੇ ਸਰਦਾਰੀ ਮਿਲਦੀ ਹੈ। ਸਰਦਾਰ ਗੁਰੂ ਸਾਹਿਬ ਨੇ, ਕਲਗੀਆਂ ਵਾਲੇ ਨੇ ਬਣਾਇਆ। ਸਾਡੇ ਅੰਦਰ ਸਾਨੂੰ ਉਹ ਸ਼ਕਤੀ ਦਿੱਤੀ ਜਿਹਨੂੰ ਅੰਮ੍ਰਿਤ ਕਹਿੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੰਮ੍ਰਿਤ ਹੀ ਤੇ ਛਕਿਆ। ਕਾਇਆ ਪਲਟ ਗਈ, ਸੋਚ ਬਦਲ ਗਈ, ਤੇ ਗੁਰੂ ਸਾਹਿਬ ਤੋਂ 5 ਸ਼ਸਤਰ ਲੈ ਕੇ ਆ ਕੇ ਸਰਹੰਦ ਨੂੰ ਫਤਿਹ ਕੀਤਾ। ਸਮਾਣੇ ਦੇ ਜ਼ਲਾਦਾਂ ਨੂੰ ਮਾਰ ਮਿਟਾਇਆ। ਜਿੰਨੇ ਜ਼ੁਲਮ ਕਰਨ ਵਾਲੇ ਸੀ ਸਾਰਿਆਂ ਨੂੰ ਥਾਂ ਥਾਈਂ ਸਜ਼ਾਵਾਂ ਦੇ ਕੇ ਕੁਝ ਸਮਾਂ ਆਪ ਸਰਦਾਰੀ ਜੀਵਨ ਹੰਢਾਇਆ, ਪਰ ਜ਼ਾਲਮ ਨੇ ਖਹਿੜਾ ਨਾ ਛੱਡਿਆ। ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋ ਗਈ, ਨਾਲ 700 ਸਿੰਘ ਹੋਰ ਫੜਿਆ ਗਿਆ। ਤੇ ਸਿੰਘਾਂ ਦੇ ਵਿੱਚ ਇੰਨਾ ਜਜ਼ਬਾ, ਇੱਕ 18 ਸਾਲ ਦਾ ਨਾਲ ਨੌਜਵਾਨ ਫੜਿਆ ਗਿਆ 700 ਸਿੰਘਾਂ ਦੇ ਵਿੱਚ। ਤੇ ਉਹਦੀ ਮਾਂ ਨੇ ਆ ਕੇ ਬਾਦਸ਼ਾਹ ਦੇ ਕੋਲ ਗੁਹਾਰ ਲਾਈ, ਕਹਿਣ ਲੱਗੀ, ਮੇਰਾ ਪੁੱਤ ਸਿੱਖ ਨਹੀਂ, ਗਲਤੀ ਦੇ ਨਾਲ ਇਹਨਾਂ 700 ਸਿੱਖਾਂ ਦੇ ਨਾਲ ਫੜਿਆ ਗਿਆ, ਉਹਨੂੰ ਛੱਡ ਦਿਓ। ਬਾਦਸ਼ਾਹ ਕਹਿਣ ਲੱਗਿਆ, ਇੱਕ ਵਾਰ ਤੇਰਾ ਪੁੱਤਰ ਦੁਨੀਆ ਦੇ ਸਾਹਮਣੇ ਕਹਿ ਦੇਵੇ ਮੈਂ ਸਿੱਖ ਨਹੀਂ, ਅਸੀਂ ਉਸੇ ਵੇਲੇ ਛੱਡ ਦਿਆਂਗੇ। ਮਾਂ ਨੇ ਆ ਕੇ ਪੁੱਤ ਨੂੰ ਕਿਹਾ, ਪੁੱਤ ਕੋਈ ਫਰਕ ਨਹੀਂ ਪੈਂਦਾ, ਇੱਕ ਵਾਰੀ ਕਹਿ ਦੇ ਵੀ ਮੈਂ ਸਿੱਖ ਨਹੀਂ, ਬਾਹਰ ਜਾ ਕੇ ਭਾਵੇਂ ਫੇਰ ਸਿੱਖ ਬਣ ਜੀ, ਇੱਕ ਵਾਰੀ ਕਹਿਣ ਨਾਲ ਕੀ ਫਰਕ ਪੈਂਦਾ। ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਰੋਂਦਾ, ਬੈਰਾਗ ਦੇ ਅਥਰੂ ਕੇਰਦਾ, ਨਾਲੇ ਕਹਿੰਦਾ, ਨਹੀਂ ਮੈਂ ਸਿੱਖ ਹਾਂ, ਮੈਂ ਸਿੱਖ ਸੀ, ਮੈਂ ਸਿੱਖ ਰਵਾਂਗਾ। ਮੇਰੀ ਮਾਂ ਝੂਠ ਮਾਰਦੀ ਹੈ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਸਿੱਖਾਂ ਦੇ ਨਾਲ ਮੇਰੇ ਰਿਸ਼ਤੇ ਨੇ, ਮੇਰੇ ਸੰਬੰਧ ਸਿੱਖਾਂ ਦੇ ਨਾਲ ਹੈ, ਮੈਂ ਬਿਲਕੁਲ ਝੂਠ ਨਹੀਂ ਬੋਲਾਂਗਾ, ਮੇਰੀ ਮਾਂ ਦੇ ਵਾਂਗ ਮੈਂ ਸੱਚ ਬੋਲਾਂਗਾ, ਮੈਂ ਸਿੱਖ ਹਾਂ, ਮੈਂ ਸਿੱਖ ਹਾਂ। ਇਸੇ ਤਰ੍ਹਾਂ ਸੰਗਤ ਜੀ ਆਪਣੀ ਜਾਨ ਕੁਰਬਾਨ ਕਰ ਦਿੱਤੀ, ਪਰ ਰੱਤਾ ਭਰ ਵੀ ਆਪਣੀ ਜਾਨ ਬਚਾਉਣ ਖਾਤਰ ਝੂਠ ਨਹੀਂ ਬੋਲਿਆ। ਤੇ ਪਾਵਨ ਸ਼ਬਦ ਆਪਾਂ ਸੁਣ ਰਹੇ ਹਾਂ, ਜੋ ਤੁਮ ਦੀਵਰਾ ਤੋ ਹਮ ਬਾਤੀ।
ਦੀਵੇ ਦਾ ਬਹੁਤ ਵੱਡਾ ਮਹੱਤਮ ਹੈ। ਹੁਣ ਤੇ ਦੀਵਾ ਸ਼ਾਇਦ ਕੋਈ ਬੱਚਾ ਨਾ ਜਾਣਦਾ ਹੋਵੇ, ਪਰ ਜਿਨ੍ਹਾਂ ਨੇ ਦੀਵਿਆਂ ਦੇ ਚਾਨਣ ਦੇ ਵਿੱਚ ਆਪਣਾ ਜੀਵਨ ਹੰਢਾਇਆ ਨਾ, ਜੀਵਨ ਬਿਤਾਇਆ, ਉਹਨਾਂ ਨੂੰ ਪਤਾ ਦੀਵਾ ਕੀ ਹੈ ਤੇ ਕੀ ਦੀਵੇ ਦੀ ਲੋਅ ਹੈ। ਤੇ ਇਹ ਦੀਵਾ ਕਈਆਂ ਦੀ ਮਜਬੂਰੀ ਬਣ ਜਾਂਦਾ ਸੀ ਬੁਝਾਉਣਾ, ਤੇ ਅੱਜ ਵੀ ਇਹ ਦੀਵਾ ਰੂਪ ਬਦਲ ਗਿਆ ਤੇ ਕਈ ਸ਼ੌਂਕ ਨਾਲ ਬੁਝਾਉਂਦੇ ਨੇ, ਕਈ ਮਜਬੂਰੀ ਕਰਕੇ ਵਧਾਉਂਦੇ ਆ। ਕੋਈ ਜਨਮ ਦਿਨ ਮਨਾਉਂਦਾ, ਫੂਕ ਮਾਰਦਾ, ਮੋਮਬੱਤੀਆਂ ਦੀਵੇ ਦਾ ਰੂਪ ਹੀ ਹੈ, ਸ਼ੌਂਕ ਨਾਲ ਬੁਝਾ ਦਿੱਤੀਆਂ। ਤੇ ਕਿਸੇ ਦੇ ਘਰ, ਕਿਸੇ ਦੀ ਝੁੱਗੀ ਵਿੱਚ ਸਵੇਰ ਵਾਸਤੇ ਚਾਨਣ ਕਰਨ ਨੂੰ ਕੋਈ ਸਾਧਨ ਨਹੀਂ, ਇਸ ਕਰਕੇ ਉਹਨੇ ਮਜਬੂਰੀ ਬਸ ਫੂਕ ਮਾਰੀ ਹੈ ਵੀ ਕੱਲ੍ਹ ਨੂੰ ਫੇਰ ਕੰਮ ਲੈਣਾ, ਇਸ ਮੋਮਬੱਤੀ ਨੂੰ ਬੁਝਾ ਦੇਵਾਂ। ਦੀਵਾ, ਮੋਮਬੱਤੀ, ਲਾਲਟਨ ਇਤਿਆਦਿਕ ਸਾਰੇ ਕੰਮ ਇੱਕੋ ਹੀ ਕਰਦੇ ਹੈ, ਪਰ ਇੱਥੇ ਉਦਾਹਰਣ ਦਿੱਤਾ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੇ ਤੂੰ ਦੀਵਾ ਏ ਤੇ ਮੈਂ ਬੱਤੀ ਬਣ ਕੇ ਰਵਾਂ। ਜੋ ਤੁਮ ਤੀਰਥ ਤੋ ਹਮ ਜਾਤੀ, ਹੇ ਦਾਤਾਰ ਪਾਤਸ਼ਾਹ, ਜੇ ਤੂੰ ਤੀਰਥ ਹੋਵੇਂ ਤੇ ਮੈਂ ਯਾਤਰੀ ਹੋਵਾਂ। ਜਿਵੇਂ ਯਾਤਰੂਆਂ ਤੋਂ ਬਿਨਾਂ ਤੀਰਥ ਕਿਸੇ ਕੰਮ ਦਾ ਨਹੀਂ, ਜੇ ਤੀਰਥ ਤੇ ਯਾਤਰੂ ਜਾਣਗੇ ਤੇ ਤੀਰਥ ਦੀ ਮਹਿਮਾ ਹੈ। ਇਸ ਕਰਕੇ ਜੇ ਤੂੰ ਤੀਰਥ ਹੈ ਤੇ ਮੈਂ ਯਾਤਰੀ ਹੋਵਾਂ, ਤੇ ਮੈਂ ਉਸ ਤੀਰਥ ਦਾ ਉਹ ਯਾਤਰੀ ਹੋਵਾਂ। ਮੈਂ ਆਪਣੇ ਮਨ ਨੂੰ ਧੋਵਾਂ, ਮੈਂ ਆਪਣੇ ਤਨ ਨੂੰ ਧੋਵਾਂ, ਮੈਂ ਆਪਣੇ ਮਨ ਦਾ ਇਸ਼ਨਾਨ ਆਪ ਜੀ ਦੇ ਨਾਮ ਰੂਪ ਪਾਣੀ ਦੇ ਨਾਲ ਕਰਵਾਵਾਂ। ਤਨ ਦਾ ਇਸ਼ਨਾਨ ਮੈਂ ਉੱਥੇ ਆਪ ਜੀ ਦੇ ਬਣਾਏ ਹੋਏ ਇਸ਼ਨਾਨ ਘਰ ਤਲਾਅ ਦੇ ਨਾਲ ਆਪਣੇ ਤਨ ਦਾ ਇਸ਼ਨਾਨ ਕਰਾਵਾਂ। ਤਾਂ ਫਿਰ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ, ਸਾਹਮਣੇ ਮੇਰਾ ਤਨ ਤੇ ਮਨ ਨਿਹਾਲ ਹੋ ਜਾਏ ਜੇ ਮੈਂ ਆਪ ਜੀ ਨੂੰ ਸਾਹਮਣੇ ਦੇਖਾਂ, ਆਪ ਜੀ ਦੇ ਦੀਦਾਰੇ ਕਰਾਂ, ਮੇਰੇ ਮਨ ਦੀ ਭੁੱਖ ਲੈ ਜਾਏ। ਤਾਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਅੱਗੇ ਭਗਤ ਜੀ ਸਮਝਾਉਂਦੇ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਅੰਤਿਮ ਪੰਕਤੀਆਂ ਵਿੱਚ ਕਹਿੰਦੇ ਨੇ, ਹੇ ਪਰਮ ਪਿਤਾ ਪਰਮਾਤਮਾ, ਮੈਂ ਤਨ ਮਨ ਕਰਕੇ ਸੱਚ ਕਹਿੰਦਾ ਹਾਂ, ਮੈਂ ਆਪਣੀ ਪ੍ਰੀਤ ਹੈ ਜਿਹੜੀ ਆਪ ਜੀ ਦੇ ਨਾਲ ਹੀ ਸੱਚਾ ਪ੍ਰੇਮ ਪਾਇਆ ਹੋਇਆ ਹੈ। ਮੇਰੇ ਜੀਵਨ ਵਿੱਚ ਦੂਸਰਾ ਕੋਈ ਨਹੀਂ, ਮੈਂ ਤੇ ਜੀਵਨ ਬਣਾ ਰੱਖਿਆ ਏਕੋ ਸਿਮਰਿਆ ਨਾਨਕਾ, ਦੂਜਾ ਕਾਹੇ, ਦੂਸਰਾ ਕਾਹਦੇ ਖਾਤਰ, ਦੂਜਾ ਕਾਹੇ ਕੂ, ਦੂਸਰਾ ਕਿਉਂ ਸਿਮਰਾਂ। ਦੂਸਰਾ ਤੇ ਮੈਂ ਤਾਂ ਸਿਮਰਾਂ ਜੇ ਤੇਰੇ ਘਰ ਵਿੱਚ ਕੋਈ ਤੋਟ ਹੋਵੇ, ਕਮੀ ਹੋਵੇ। ਤੇਰਾ ਘਰ ਹੈ ਜਿਹੜਾ, ਤੇਰੇ ਖਜ਼ਾਨੇ ਨੇ ਲਬਾ ਲਬ ਭਰੇ ਪਏ ਨੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਤੇਰੇ ਘਰ ਵਿੱਚ ਤੋਟ ਕੋਈ ਨਹੀਂ, ਕਮੀ ਕੋਈ ਨਹੀਂ, ਪਰ ਬਸ ਫਰਕ ਇਹ ਹੈ ਵੀ ਮੈਨੂੰ ਮੰਗਣ ਦਾ ਚੱਜ ਨਹੀਂ ਆਇਆ, ਮੈਨੂੰ ਮੰਗਣ ਦਾ ਢੰਗ ਨਹੀਂ ਆਇਆ। ਬੜੇ ਵੈਰਾਗਮਈ ਬੋਲ ਉਸ ਪਰਮਾਤਮਾ ਦੇ ਸਮਕਸ਼ ਭਗਤ ਜੀ ਰੱਖ ਰਹੇ ਨੇ। ਮੇਰੀ ਪ੍ਰੀਤ ਹੈ ਜਿਹੜੀ ਤੇਰੇ ਨਾਲ ਹੀ ਹੈ, ਤੇ ਮੇਰੀ ਪ੍ਰੀਤ ਤੇਰੇ ਨਾਲ ਸਦਾ ਬਣੀ ਰਹੇ। ਜਿਵੇਂ ਦੀਵੇ ਤੇ ਬੱਤੀ ਦਾ ਸੰਗ ਹੈ, ਜਿਵੇਂ ਚੰਦ ਤੇ ਚਕੋਰ ਦੀ ਪ੍ਰੀਤ ਹੈ, ਜਿਵੇਂ ਮੋਰ ਤੇ ਪਹਾੜ ਦੀ ਪ੍ਰੀਤ ਹੈ, ਜਿਵੇਂ ਪਾਣੀ ਤੇ ਦੁੱਧ ਦੀ ਹੈ, ਜਿਵੇਂ ਭਵਰੇ ਤੇ ਫੁੱਲ ਦੀ ਹੈ। ਤਾਂ ਬੇਸ਼ੁਮਾਰ ਉਦਾਹਰਣਾਂ ਦੇ ਨਾਲ ਭਗਤ ਜੀ ਸਮਝਾ ਰਹੇ ਨੇ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੇ ਦਾਤਾ, ਜਿਸ ਦਿਨ ਦੀ ਮੈਂ ਪ੍ਰੀਤ ਤੇਰੇ ਨਾਲ ਜੋੜ ਲਈ, ਤੇਰੇ ਨਾਲ ਮੇਰਾ ਸਨੇਹ ਬਣ ਗਿਆ, ਪ੍ਰੇਮ ਬਣ ਗਿਆ, ਉਸ ਦਿਨ ਦੀ ਮੈਂ ਸਾਰੇ ਪਾਸਿਓਂ ਪ੍ਰੀਤ ਤੋੜ ਦਿੱਤੀ, ਸਾਰੇ ਸਹਾਰੇ ਛੱਡ ਦਿੱਤੇ। ਹੁਣ ਤੇ ਇੱਕ ਤੇਰੇ ਨਾਮ ਦਾ ਹੀ ਸਹਾਰਾ ਹੈ, ਤੇਰੇ ਨਾਲ ਹੀ ਮੇਰਾ
ਦਿਨ ਹੈ ਤੇਰੇ ਨਾਲ ਹੀ ਮੇਰੀ ਰਾਤ ਹੈ। ਤੂੰ ਮੈਨੂੰ ਰੱਜ ਕੇ ਖਵਾਵੇਂ ਤਾਂ ਵੀ ਤੇਰੀ ਕਿਰਪਾ, ਤੂੰ ਮੈਨੂੰ ਭੁੱਖਾ ਸਵਾ ਦੇਵੇਂ ਤਾਂ ਵੀ ਤੇਰੀ ਮਰਜ਼ੀ। ਹੁਣ ਤੇ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸਿਮਰਨ ਕਰਨ ਦਾ ਮਨ ਹੈ ਜਿਹੜਾ ਇਹ ਬਣਿਆ ਰਹਿੰਦਾ ਹੈ। ਆਪ ਜੀ ਦਾ ਸਿਮਰਨ ਹੈ ਜਿਹੜਾ ਅੰਤਰਾਤਮੇ ਚੱਲ ਪਿਆ। ਹੁਣ ਤੇ ਰਾਮ ਰਾਮ, ਹੁਣ ਤੇ ਗੋਬਿੰਦ ਗੋਬਿੰਦ, ਹੁਣ ਤੇ ਵੀਠਲ ਵੀਠਲ, ਹੁਣ ਤੇ ਸਭ ਕੁਝ ਇਹ ਰਸਨਾ ਬਸ ਆਪ ਜੀ ਦਾ ਹੀ ਗੁਣਗਾਨ ਕਰਦੀ ਰਹਿੰਦੀ ਹੈ। ਸਾਰੇ ਪਾਸਿਓਂ ਤੋੜ ਕੇ ਮੈਂ ਕੇਵਲ ਤੇਰੇ ਨਾਲ ਜੋੜ ਲਿਆ। ਜਹ ਜਹ ਜਾਓ ਤਹਾਂ ਤੇਰੀ ਸੇਵਾ। ਮੈਂ ਇਸ ਜੀਵਨ ਦੇ ਵਿੱਚ ਜਿੱਥੇ ਜਿੱਥੇ ਵੀ ਜਾਨਾ, ਜਿੱਥੇ ਜਿੱਥੇ ਬਹਿੰਦਾ ਹਾਂ, ਮੈਂ ਉੱਥੇ ਉੱਥੇ ਆਪ ਜੀ ਦਾ ਸਿਮਰਨ ਕਰਦਾ ਹਾਂ, ਆਪ ਜੀ ਦਾ ਹੀ ਧਿਆਨ ਧਰਦਾ ਹਾਂ। ਤੁਮ ਸੋ ਠਾਕੁਰ ਔਰ ਨਾ ਦੇਵਾ। ਹੇ ਦਾਤਾਰ ਪਾਤਸ਼ਾਹ, ਤੁਹਾਡੇ ਵਰਗਾ ਦੁਨੀਆ ਤੇ ਕੋਈ ਹੋਰ ਦੇਵਾ ਦੇਵਤਾ ਨਹੀਂ ਹੈ। ਸਾਰੇ ਦੇਵਤੇ ਆਪ ਜੀ ਦੇ ਸਮਕਸ਼, ਆਪ ਜੀ ਦੇ ਸਾਹਮਣੇ ਛੋਟੇ ਨੇ, ਤੇ ਆਪ ਜੀ ਸਾਰੇ ਦੇਵਤਿਆਂ ਦੇ ਦੇਵਤੇ ਵੱਡੇ ਮੁੱਢ ਹੋ। ਇਸ ਕਰਕੇ ਤੁਮ ਸੋ ਠਾਕੁਰ ਔਰ ਨਾ ਦੇਵਾ, ਕੋਈ ਤੁਹਾਡੇ ਵਰਗਾ ਹੋਰ ਸੰਸਾਰ ਤੇ ਹੈ ਹੀ ਨਹੀਂ। ਤੇ ਸੋਚਣਾ ਪਏਗਾ, ਵਿਚਾਰਨਾ ਪਏਗਾ। ਆਪ ਖੁਦ ਆਪਣੇ ਚਾਰ ਛੁਪੇਰੇ ਨਿਗਾਹ ਮਾਰੀਏ, ਕੈਸੀ ਪ੍ਰਕਿਰਤੀ ਉਸ ਪਰਮਾਤਮਾ ਨੇ ਬਣਾਈ ਹੈ। ਵੰਨ ਸੁਵੰਨੇ ਫੁੱਲ ਨੇ, ਵੰਨ ਸੁਵੰਨੇ ਚਿਹਰੇ ਨੇ, ਵੰਨ ਸੁਵੰਨਾ ਇਹ ਸੰਸਾਰ ਦੇ ਵਿੱਚ ਵੇਖਦੇ ਆ ਨਾ, ਤੇ ਇਹ ਸਭ ਉਸ ਪਰਮਾਤਮਾ ਦੀ ਪੈਦਾਇਸ਼ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿਹਦੀ ਜਿੰਨੀ ਵਡਿਆਈ ਗਾਈਏ ਓਨੀ ਥੋੜੀ ਹੈ। ਤੁਮਰੇ ਭਜਨ ਕਟੈ ਜਮ ਫਾਂਸਾ। ਹੇ ਪਰਮ ਪਿਤਾ ਪਰਮਾਤਮਾ, ਤੁਹਾਡਾ ਭਜਨ ਕਰੀਏ ਤੇ ਜਮਾਂ ਦਾ ਫਾਂਸਾ, ਭਾਵ ਜਮਾਂ ਦਾ ਫੰਦਾ ਜਿਹੜਾ ਉਹ ਕੱਟਿਆ ਜਾਂਦਾ ਹੈ। ਤੁਮਰੇ ਭਜਨ ਕੱਟੇ ਜਮ ਫਾਂਸਾ, ਤੁਹਾਡਾ ਸਿਮਰਨ ਕਰਿਆ, ਭਜਨ ਕਰਦਿਆਂ ਜਮਾਂ ਦੀ ਫਾਹੀ ਫਾਂਸੀ ਕੱਟੀ ਜਾਂਦੀ ਹੈ। ਦੁੱਖਾਂ ਤੋਂ ਖਹਿੜਾ ਛੁੱਟ ਜਾਂਦਾ ਹੈ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਹੇਤ ਗਾਵੈ ਰਵਿਦਾਸਾ। ਭਗਤ ਹੇਤ ਗਾਵੈ ਰਵਿਦਾਸਾ। ਅੰਤਿਮ ਪੰਕਤੀ ਵਿੱਚ ਭਗਤ ਰਵਿਦਾਸ ਜੀ ਕਹਿੰਦੇ, ਮੇਰਾ ਤੇ ਆਪ ਜੀ ਦੇ ਨਾਲ ਹਿੱਤ ਸਨੇਹ ਪ੍ਰੇਮ ਹੈ। ਇਸ ਕਰਕੇ ਮੈਂ ਆਪ ਜੀ ਦੇ ਗੁਣ ਹੀ ਗਾਉਂਦਾ ਹਾਂ। ਆਪ ਜੀ ਦੇ ਗੁਣਾਂ ਤੋਂ ਬਿਨਾ ਮੇਰਾ ਜੀਵਨ ਕੁਝ ਵੀ ਨਹੀਂ, ਖੋਖਲਾ ਹੈ, ਖਾਲੀ ਭਾਂਡੇ ਦੀ ਨਿਆਈ ਹੈ। ਜਿਵੇਂ ਖਾਲੀ ਭਾਂਡਾ ਖੜਕਦਾ ਹੈ, ਇਸ ਤਰ੍ਹਾਂ ਮੇਰਾ ਜੀਵਨ ਵੀ ਖਾਲੀ ਰਿਹਾ। ਦਾਤਾਰ ਪਾਤਸ਼ਾਹ, ਖੋਖਲਾ ਹੈ, ਤੇ ਜੀਵਨ ਖੋਖਲਾ ਨਾ ਰਹੇ। ਇਸ ਕਰਕੇ ਭਗਤ ਹੇਤ ਗਾਵੈ ਰਵਿਦਾਸਾ, ਮੈਂ ਤੇ ਆਪ ਜੀ ਦੇ ਹਿੱਤ, ਆਪ ਜੀ ਦੇ ਸਮਕਸ਼ ਰਹਿ ਕੇ ਆਪਣਾ ਜੀਵਨ ਗੁਣਾਂ ਦੇ ਨਾਲ ਭਰ ਕੇ ਇਸ ਸੰਸਾਰ ਦੇ ਵਿੱਚ ਰਹਿਣਾ ਚਾਹੁੰਦਾ ਹਾਂ। ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਨਾਨਕ ਚਾਹੋ ਇਹੋ। ਸੋ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੀ ਗੋਦ ਵਿੱਚ ਬਿਤਾਇਆ ਸਮਾਂ ਸਫਲਾ ਹੋਵੇ। ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣ ਯੋਗ। ਸੋ ਜਿੱਥੇ ਆਪਾਂ ਸਤਿਗੁਰਾਂ ਦੇ ਮੁਬਾਰਕ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ 52 ਹੁਕਮਨਾਮਿਆਂ ਦੀ ਵਿਚਾਰ ਵੀ ਨਾਲ ਨਾਲ ਚੱਲ ਰਹੀ ਹੈ। ਅੱਜ 19ਵਾਂ ਹੁਕਮ ਗੁਰੂ ਸਾਹਿਬ ਦਾ ਜੋ
ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਨੇ, ਕਹਿੰਦੇ ਜਿਤਨੇ ਵੀ ਕੰਮ ਆਪਣੇ ਕਰਮ ਦੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਾ ਕਰਨਾ। ਜਿੰਨੇ ਵੀ ਕਰਮ ਮਨੁੱਖ ਨੇ ਆਪਣੇ ਜੀਵਨ ਵਿੱਚ ਕਰਨੇ ਨੇ, ਕਿਰਤ ਕਰਨੀ ਹੈ, ਅੰਮ੍ਰਿਤ ਵੇਲੇ ਜਾਗਣਾ, ਬਾਣੀ ਪੜ੍ਹਨੀ ਹੈ, ਕਿਸੇ ਤਰ੍ਹਾਂ ਵੀ ਆਪਣੇ ਜੀਵਨ ਦੇ ਵਿੱਚ ਆਲਸ ਨਹੀਂ ਕਰਨਾ। ਅਤੇ ਆਲਸ ਹੀ ਸਭ ਤੋਂ ਵੱਡਾ ਦਲਿੱਦਰ ਹੈ, ਦੁੱਖ ਹੈ। ਅਤੇ ਜਿਨ੍ਹਾਂ ਨੂੰ ਆਲਸ ਵਰਗਾ ਰੋਗ ਲੱਗ ਗਿਆ ਨਾ, ਉਹ ਕਦੇ ਫਿਰ ਫੁਰਤੀ ਵਰਗਾ ਗੁਣ ਪ੍ਰਾਪਤ ਨਹੀਂ ਕਰ ਸਕਦੇ। ਇਸ ਕਰਕੇ ਗੁਰੂ ਸਾਹਿਬ ਦਾ ਹੁਕਮ ਹੈ, ਜਦੋਂ ਵੀ ਅੱਖ ਖੁੱਲ੍ਹੇ ਅਤੇ ਉਸੇ ਸਮੇਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣੇ ਆਸਣ ਨੂੰ ਛੱਡ ਦੇਣਾ, ਬਿਸਤਰੇ ਨੂੰ ਛੱਡ ਦੇਣਾ। ਫਿਰ ਇਸ਼ਨਾਨ ਕਰ ਉਸ ਪਰਮਾਤਮਾ ਦਾ ਧਿਆਨ ਧਰਨਾ। ਬਾਕੀ ਦੇ ਜੀਵਨ ਦੇ ਫਿਰ ਕਰਮ ਨੇ ਜਿਹੜੇ ਬਿਨਾਂ ਆਲਸ ਤੋਂ ਕਰਨੇ। ਆਲਸ ਬਹੁਤ ਵੱਡਾ ਰੋਗ ਹੈ, ਇਸ ਕਰਕੇ ਆਲਸ ਦਾ ਤਿਆਗ ਕਰਨਾ। ਗੁਰੂ ਸਾਹਿਬ ਜੀ 19ਵੇਂ ਹੁਕਮ ਵਿੱਚ ਇਸ ਆਪਾਂ ਨੂੰ ਸਮਝਾਉਂਦੇ ਨੇ। ਆਓ ਸਾਰੀ ਸੰਗਤ ਆਨੰਦ ਸਾਹਿਬ ਦਾ ਜਾਪ ਕਰੀਏ। ਬਾਣੀ ਪੜ੍ਹਦੇ ਹਾਂ, ਬਾਣੀ ਵਿਚਾਰਦੇ ਹਾਂ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣ ਯੋਗ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀਆਂ ਦੀ ਬੇਅੰਤ ਕਿਰਪਾ, ਜੋ ਕਿ ਪਾਵਨ ਬਾਣੀ ਦੀ ਵਿਚਾਰ, ਜਿੱਥੇ ਨਿਤਨੇਮ ਉਸ ਤੋਂ ਬਾਅਦ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਚਾਰ ਹੈ, ਜੋ ਆਪ ਸਭ ਸੰਗਤਾਂ ਸਰਵਣ ਕਰਦੇ ਹੋ। ਫਿਰ ਹੁਕਮਨਾਮਾ ਸਾਹਿਬ ਦੀ ਵਿਚਾਰ। ਅਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਜੋੜ ਕੇ ਆਪਣੇ ਗੁਣ ਗਾਉਣ ਦਾ ਵੱਲ ਉਦਮ ਬਖਸ਼ਣ। ਸੋ ਆਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿ